ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਐਲਾਨ, ਹੁਣ ਪਹਿਲਾਂ ਵਾਂਗ ਹੋਵੇਗਾ ਇਮੀਗ੍ਰੇਸ਼ਨ ਦਾ ਪੱਧਰ। ਪਾਸਪੋਰਟ ਵਿੱਚ ਹੋ ਰਹੀ ਦੇਰੀ ਦਾ ਨਿਕਲਿਆ ਹੱਲ, ਪ੍ਰਧਾਨ ਮੰਤਰੀ ਨੇ ਵੀ ਕੀਤਾ ਐਲਾਨ। ਬੀਚ ਦੇ ਪਾਣੀ ਵਿੱਚ ਬੈਕਟੀਰੀਆ ਦਾ ਖਤਰਾ, ਵੈਨਕੂਵਰ ਦੇ 4 ਬੀਚ ਕੀਤੇ ਗਏ ਬੰਦ। 4 ਖਾਣ ਵਾਲੀਆਂ ਥਾਵਾਂ ਦੀ ਚੋਰੀ, ਪੁਲਿਸ ਕਰ ਰਹੀ ਹੈ ਜਾਂਚ। ਕੁੱਤੇ ਵੱਲੋਂ 4 ਤੇ ਹਮਲਾ, ਪੁਲਿਸ ਵੱਲੋਂ ਮਾਲਿਕ ਕਾਬੂ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਰਾਹਤ ਦਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਇੰਟਰਵਿਊ ਦੌਰਾਨ ਕੁਝ ਖਾਸ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਹੈ ਕਿ ਹੁਣ ਪ੍ਰੋਸੈਸਿੰਗ ਦੇ ਸਮੇਂ ਵਿੱਚ ਸੁਧਾਰ ਕੀਤਾ ਜਾਵੇਗਾ। ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਪ੍ਰੋਸੈਸਿੰਗ ਦੇ ਸਮੇਂ ਨੂੰ ਲੈ ਕੇ, ਜਿਸ ਦਾ ਜਵਾਬ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਕਹਿੰਦੇ ਨੇ ਕਿ ਹੁਣ ਪਹਿਲਾਂ ਜਿਵੇਂ ਅਰਜ਼ੀਆਂ ਦੇ ਉੱਪਰ ਫੈਸਲਾ ਆ ਜਾਂਦਾ ਸੀ, ਉਸੇ ਸਮੇਂ ਵਿੱਚ ਫੈਸਲਾ ਜਿਹੜਾ ਹੈ ਅਰਜ਼ੀਆਂ ਉੱਪਰ ਜਲਦ ਆਉਣ ਲੱਗ ਜਾਵੇਗਾ। ਹੁਣ ਇਮੀਗ੍ਰੇਸ਼ਨ ਦੀਆਂ ਫਾਈਲਾਂ ਉੱਪਰ ਜਲਦ ਫੈਸਲਾ ਆਵੇਗਾ। ਇਹ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਉਮੀਦ ਦਿੱਤੀ ਗਈ ਕਿ ਐਪਲੀਕੈਂਟਸ ਨੂੰ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੇ ਜਲਦ ਹੀ ਉਹਨਾਂ ਦੀਆਂ ਫਾਈਲਾਂ ਦੇ ਉੱਪਰ ਪਹਿਲਾਂ ਵਾਂਗ ਹੀ ਫੈਸਲਾ ਆਉਣਾ ਸ਼ੁਰੂ ਹੋ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪ੍ਰੋਸੈਸਿੰਗ 'ਚ ਮੁੜ ਤੋਂ ਸੁਧਾਰ ਕਰਨ ਸੰਬੰਧੀ ਕਈ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਐਪਲੀਕੈਂਟਸ ਨੂੰ ਹੁਣ ਜ਼ਿਆਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਪ੍ਰੀ ਪੈਂਡੇਮਿਕ ਲੈਵਲ ਦੇ ਉੱਪਰ ਹੀ ਫਾਈਲਾਂ ਦੀ ਪ੍ਰੋਸੈਸਿੰਗ ਪਹੁੰਚ ਜਾਵੇਗੀ। ਇੰਟਰਵਿਊ ਦੌਰਾਨ ਜਦੋਂ ਇਮੀਗ੍ਰੇਸ਼ਨ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਕਿ ਇਹ ਪ੍ਰੋਸੈਸਿੰਗ ਆਮ ਵਾਂਗ ਕਦੋਂ ਹੋ ਜਾਵੇਗੀ, ਤਾਂ ਇਸ ਦਾ ਜਵਾਬ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਇਮੀਗ੍ਰੇਸ਼ਨ ਦਾ ਪੱਧਰ 2022 ਦੇ ਆਖਿਰ ਤੱਕ ਪਹੁੰਚ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਇਮੀਗ੍ਰੇਸ਼ਨ ਸਿਸਟਮ ਦੇ ਉੱਪਰ ਵੀ ਅਸਰ ਪਿਆ ਹੈ। ਪਹਿਲਾਂ ਕਰੋਨਾ ਕਾਰਨ ਕਾਫੀ ਪਾਬੰਦੀਆਂ ਲੱਗੀਆਂ ਰਹੀਆਂ, ਪਰ ਬਾਅਦ ਵਿੱਚ ਉਹਨਾਂ ਵੱਲੋਂ ਕੁਝ ਹੋਰ ਪ੍ਰੋਗਰਾਮ ਵੀ ਲਿਆਂਦੇ ਗਏ, ਜਿਸ ਦਾ ਪ੍ਰਭਾਵ ਇਮੀਗ੍ਰੇਸ਼ਨ ਤੇ ਪਿਆ। ਇਮੀਗ੍ਰੇਸ਼ਨ ਮੰਤਰੀ ਵੱਲੋਂ ਅਗਸਤ 2021 ਦੌਰਾਨ ਜੋ ਅਫਗਾਨ ਰਿਫਿਊਜੀਆਂ ਸੰਬੰਧੀ ਵਾਅਦਾ ਕੀਤਾ ਗਿਆ ਸੀ, ਉਸ ਦਾ ਵੀ ਜ਼ਿਕਰ ਕੀਤਾ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੌਰਾਨ ਉਹਨਾਂ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ 40,000 ਅਫਗਾਨ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਰੀਸੈਟਲ ਕੀਤਾ ਜਾਵੇਗਾ। ਬਾਅਦ ਵਿੱਚ ਜੋ ਰਸ਼ੀਆ ਅਤੇ ਯੂਕਰੇਨ ਦੀ ਜੰਗ ਲੱਗੀ, ਉਸ ਦੇ ਬਾਰੇ ਵੀ ਉਹ ਜ਼ਿਕਰ ਕਰਦੇ ਦਿਖਾਈ ਦਿੱਤੇ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਸੰਬੰਧੀ ਵੀ ਐਲਾਨ ਕਰਦਿਆਂ ਉਹਨਾਂ ਵਾਸਤੇ ਇੱਕ ਖਾਸ ਪ੍ਰੋਗਰਾਮ ਚਲਾਇਆ ਗਿਆ। ਇਸ ਸਭ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਲਿਆਉਣ ਵਾਸਤੇ 3 ਚੀਜ਼ਾਂ ਜ਼ਰੂਰੀ ਨੇ। ਉਹ 3 ਚੀਜ਼ਾਂ ਹਨ ਰਿਸੋਰਸਿਸ, ਪਾਲਿਸੀ ਅਤੇ ਟੈਕ। ਮੰਤਰੀ ਦੇ ਦੱਸਣ ਮੁਤਾਬਕ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ 500 ਦੇ ਕਰੀਬ ਹੋਰ ਸਟਾਫ ਨੂੰ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੈਡਰਲ ਬਜਟ ਵਿੱਚ ਇਮੀਗ੍ਰੇਸ਼ਨ ਵਾਸਤੇ $85 ਮਿਲੀਅਨ ਵੀ ਰੱਖੇ ਗਏ ਨੇ ਤੇ ਇਸ ਵਾਰ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦੇ ਸਵਾਗਤ ਦਾ ਟਾਰਗੇਟ ਤੈਅ ਕੀਤਾ ਗਿਆ ਹੈ, ਜਿਸ ਨੂੰ ਪੂਰਾ ਕਰਨ ਵਾਸਤੇ ਵੀ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੰਤਰੀ ਦੇ ਦੱਸਣ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਵਿੱਚ ਵਰਕ ਪਰਮਿਟ ਅੰਦਰ ਵੀ 250% ਦਾ ਵਾਧਾ ਕੀਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ IRCC ਵੱਲੋਂ ਲਗਾਤਾਰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਕੋਲ ਕਾਫੀ ਜ਼ਿਆਦਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ। ਇਸ ਸਮੇਂ 2.4 ਮਿਲੀਅਨ ਦੇ ਕਰੀਬ ਲੋਕ ਫਾਈਲਾਂ ਉੱਪਰ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧੀ ਕਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੱਢਿਆ ਜਾਵੇ। ਹੁਣ ਤਾਂ ਇਮੀਗ੍ਰੇਸ਼ਨ ਵਿਭਾਗ ਦੇ ਐਲਾਨ ਮੁਤਾਬਕ 6 ਜੁਲਾਈ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਤੇ ਫੈਡਰਲ ਲੈਵਲ ਦੇ ਡਰਾਅ ਵੀ ਮੁੜ ਤੋਂ ਐਲਾਨ ਕੀਤੇ ਜਾਣਗੇ। ਇਨ੍ਹਾਂ ਡਰਾਅ ਵਿੱਚ ਪ੍ਰੀ ਪੈਂਡੇਮਿਕ ਲੈਵਲ ਦੇ ਉਮੀਦਵਾਰਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਜਾਣਗੇ। ਪਾਸਪੋਰਟ ਦੇ ਵਿੱਚ ਹੋਣ ਵਾਲੀ ਦੇਰੀ ਦਾ ਹੱਲ ਹੁਣ ਕੱਢ ਲਿਆ ਗਿਆ ਹੈ। ਪਿਛਲੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸਰਕਾਰ ਇਸ ਦਾ ਹੱਲ ਕੱਢੇਗੀ। ਹੁਣ ਇੱਕ ਨਵੀਂ ਟਾਸਕ ਫੋਰਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵੱਲੋਂ ਪਾਸਪੋਰਟ ਦੇ ਹਾਸਲ ਕਰਨ ਵਿੱਚ ਜੋ ਦੇਰੀ ਹੋ ਰਹੀ ਹੈ, ਉਸ ਦਾ ਹੱਲ ਕੱਢਣ ਸੰਬੰਧੀ ਰეკਮੈਂਡੇਸ਼ਨ ਦਿੱਤੀ ਜਾਏਗੀ। ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਜਿਹੜੀ ਦੇਰੀ ਹੋ ਰਹੀ ਹੈ, ਉਸ ਦਾ ਹੱਲ ਫੈਡਰਲ ਸਰਕਾਰ ਵੱਲੋਂ ਹੁਣ ਕੱਢ ਲਿਆ ਗਿਆ ਹੈ। ਜੀ ਹਾਂ, ਆਟਵਾ ਵੱਲੋਂ ਨਵੀਂ ਟਾਸਕ ਫੋਰਸ ਦਾ ਐਲਾਨ ਕਰ ਦਿੱਤਾ ਗਿਆ, ਜਿਨ੍ਹਾਂ ਵੱਲੋਂ ਪਾਸਪੋਰਟ ਦਾ ਬੈਕਲੌਗ ਖਤਮ ਕਰਨ ਸੰਬੰਧੀ ਮਦਦ ਕੀਤੀ ਜਾਵੇਗੀ। ਜੀ ਹਾਂ, ਇਸ ਟਾਸਕ ਫੋਰਸ ਦੀ ਮਦਦ ਨਾਲ ਜੋ ਵੱਡੇ ਡੀਲੇ ਹਨ, ਉਹਨਾਂ ਦਾ ਹੱਲ ਕੱਢਿਆ ਜਾਵੇਗਾ ਤੇ ਪਹਿਲਾਂ ਦੇ ਮੁਕਾਬਲੇ ਜਲਦ ਪਾਸਪੋਰਟ ਆਮ ਲੋਕਾਂ ਨੂੰ ਮਿਲ ਸਕੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਸਪੋਰਟ ਦੇ ਵਿੱਚ ਜੋ ਦੇਰੀ ਹੋ ਰਹੀ ਹੈ, ਉਸ ਬਾਰੇ ਇੱਕ ਬਿਆਨ ਸਾਂਝਾ ਕੀਤਾ ਗਿਆ ਸੀ। ਉਹਨਾਂ ਵੱਲੋਂ ਸਟੇਟਮੈਂਟ ਵਿੱਚ ਨਵੀਂ ਟਾਸਕ ਫੋਰਸ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੌਰਾਨ ਕਿਹਾ ਗਿਆ ਸੀ ਕਿ ਜੋ ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਦੇਰੀ ਹੋ ਰਹੀ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਤੇ ਜਲਦ ਸਰਕਾਰ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇਗੀ ਕਿ ਇਸ ਦੇਰੀ ਦਾ ਹੱਲ ਕੱਢ ਲਿਆ ਜਾਵੇ। ਟਰੂਡੋ ਦਾ ਕਹਿਣਾ ਹੈ ਕਿ ਇਸ ਨਵੀਂ ਟਾਸਕ ਫੋਰਸ ਵੱਲੋਂ ਸਰਕਾਰ ਨੂੰ ਗਾਈਡ ਕੀਤਾ ਜਾਵੇਗਾ ਤਾਂ ਕਿ ਕੁਝ ਉਹਨਾਂ ਵੱਲੋਂ ਕਦਮ ਚੁੱਕੇ ਜਾਣ ਜਿਸ ਨਾਲ ਮੁਸ਼ਕਿਲ ਦਾ ਹੱਲ ਕੱਢਿਆ ਜਾ ਸਕੇ। 10 ਕੈਬਨਿਟ ਮੈਂਬਰਸ ਵੱਲੋਂ ਸਭ ਚੀਜ਼ਾਂ ਰਿਵਿਊ ਕੀਤੀਆਂ ਜਾਣਗੀਆਂ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਕਮੇਟੀ ਵੱਲੋਂ ਆਪਣੀਆਂ ਰეკਮੈਂਡੇਸ਼ਨ ਜਿਹੜੀ ਦੇਰੀ ਹੋ ਰਹੀ ਹੈ ਉਸ ਨੂੰ ਲੈ ਕੇ ਦਿੱਤੀਆਂ ਜਾਣਗੀਆਂ ਤਾਂ ਕਿ ਬੈਕਲੌਗ ਨੂੰ ਜਲਦ ਕਲੀਅਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਸਪੋਰਟ ਦਫ਼ਤਰ ਦੇ ਬਾਹਰ ਇਨ੍ਹਾਂ ਪਾਸਪੋਰਟ ਹਾਸਲ ਕਰਨ ਵਾਲੇ ਐਪਲੀਕੈਂਟਸ ਦੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਲਗਾਤਾਰ ਟਰਾਂਸਪੋਰਟ ਮੰਤਰੀ ਵੀ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ, ਪਰ ਪਿਛਲੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਸਭ ਬਾਰੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਸਟੇਟਮੈਂਟ ਰਾਹੀਂ ਨਵੀਂ ਟਾਸਕ ਫੋਰਸ ਦਾ ਜ਼ਿਕਰ ਕੀਤਾ ਤੇ ਦੱਸਿਆ ਗਿਆ ਕਿ ਇਸ ਟਾਸਕ ਫੋਰਸ ਵੱਲੋਂ ਕਿਵੇਂ ਕੰਮ ਕੀਤਾ ਜਾਵੇਗਾ, ਪਾਸਪੋਰਟ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਸ ਦਾ ਹੱਲ ਕਿਵੇਂ ਕੱਢਿਆ ਜਾਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਇਸ ਸਭ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਬਾਰੇ ਕੀ ਐਲਾਨ ਕੀਤਾ ਜਾਂਦਾ ਹੈ। ਬੀਚ ਤੇ ਬੈਕਟੀਰੀਆ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਬੀਚ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਹ ਮਾਮਲਾ ਵੈਨਕੂਵਰ ਤੋਂ ਸਾਹਮਣੇ ਆ ਰਿਹਾ ਜਿੱਥੇ 4 ਬੀਚ ਬੰਦ ਕੀਤੇ ਜਾ ਰਹੇ ਹਨ। ਹੈਲਥ ਆਫੀਸ਼ੀਅਲਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਹੋਰ ਜਗ੍ਹਾਵਾਂ ਦੇ ਉੱਪਰ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਵੇਗੀ। ਵੈਨਕੂਵਰ ਦੇ 4 ਬੀਚਾਂ ਨੂੰ ਬੰਦ ਕਰ ਦਿੱਤਾ ਗਿਆ। ਇਨ੍ਹਾਂ 4 ਬੀਚਾਂ ਦੇ ਉੱਪਰ ਹੁਣ ਆਮ ਲੋਕ ਨਹੀਂ ਜਾ ਸਕਦੇ। ਇਹ ਫੈਸਲਾ ਇੱਥੇ ਜੋ ਬੈਕਟੀਰੀਆ ਮਿਲਿਆ ਉਸ ਤੋਂ ਬਾਅਦ ਲਿਆ ਗਿਆ ਹੈ। ਹੈਲਥ ਆਫੀਸ਼ੀਅਲਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਮੈਟਰੋ ਵੈਨਕੂਵਰ ਦੇ 4 ਬੀਚਜ਼ ਬੰਦ ਕੀਤੇ ਜਾ ਰਹੇ ਨੇ। ਇਸ ਦਾ ਕਾਰਨ ਹੈ ਕਿ ਇੱਥੇ ਜੋ ਈ ਕੋਲੀ ਬੈਕਟੀਰੀਆ ਹੈ ਉਸ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਬਾਰੇ ਵੈਨਕੂਵਰ ਕੋਸਟਲ ਹੈਲਥ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਹੜੇ 4 ਬੀਚ ਬੰਦ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇੰਗਲਿਸ਼ ਬੇ, ਟ੍ਰੌਟ ਲੇਕ, ਲੋਕਾਰਨੋ ਬੀਚ ਅਤੇ ਸੈਂਡੀ ਬੀਚ ਨੂੰ ਸਵਿਮਰਸ ਵਾਸਤੇ ਬੰਦ ਕੀਤਾ ਗਿਆ ਹੈ। ਇੱਥੇ ਬੈਕਟੀਰੀਆ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ। ਪਹਿਲਾਂ ਦੇ ਮੁਕਾਬਲੇ ਇਸ ਬੈਕਟੀਰੀਆ ਦਾ ਫੈਲਾਅ ਵੱਧ ਹੋਇਆ ਹੈ ਜਿਸ ਤੋਂ ਬਾਅਦ ਹੀ ਵੈਨਕੂਵਰ ਕੋਸਟਲ ਹੈਲਥ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਹੈਲਥ ਅਥਾਰਟੀ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਜੇਕਰ ਇਸ ਪਾਣੀ ਵਿੱਚ ਕੋਈ ਵੀ ਜਾਵੇਗਾ ਜਾਂ ਫਿਰ ਤੈਰਦਾ ਹੈ ਤਾਂ ਉਸ ਨੂੰ ਕੋਈ ਪਰੇਸ਼ਾਨੀ ਵੀ ਹੋ ਸਕਦੀ ਹੈ। ਤੈਰਨ ਵਾਲੇ ਵਿਅਕਤੀ ਨੂੰ ਚਮੜੀ ਦੇ ਉੱਪਰ ਇਨਫੈਕਸ਼ਨ, ਅੱਖਾਂ ਵਿੱਚ ਇਨਫੈਕਸ਼ਨ ਅਤੇ ਬੱਚਿਆਂ ਨੂੰ ਵੀ ਇਸ ਦਾ ਖਤਰਾ ਬਣ ਸਕਦਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਬੀਚਾਂ ਤੇ ਟੈਸਟ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਫਿਲਹਾਲ ਜਿਹੜੇ ਵੈਨਕੂਵਰ ਦੇ 4 ਬੀਚ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਜਿਸ ਬਾਰੇ ਹੈਲਥ ਅਥਾਰਟੀਜ਼ ਵੱਲੋਂ ਡਿਟੇਲ ਸਾਂਝੀ ਕੀਤੀ ਗਈ। ਦੱਸਿਆ ਗਿਆ ਹੈ ਕਿ ਕਿਹੜੇ 4 ਬੀਚ ਉਹਨਾਂ ਵੱਲੋਂ ਬੰਦ ਕੀਤੇ ਜਾ ਰਹੇ ਨੇ। 4 ਖਾਣ ਵਾਲੀਆਂ ਥਾਵਾਂ ਦੇ ਉੱਪਰ ਚੋਰੀ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ 4 ਘਟਨਾਵਾਂ ਨਾਲ ਇੱਕੋ ਹੀ ਸਸਪੈਕਟ ਜੁੜਿਆ ਹੋਇਆ ਹੈ ਜੋ ਖਾਣ ਵਾਲੀਆਂ ਥਾਵਾਂ ਤੇ ਹਥਿਆਰ ਨਾਲ ਦਾਖਲ ਹੁੰਦਾ ਹੈ ਤੇ ਉਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਤ ਸਮੇਂ ਖਾਣ ਵਾਲੀਆਂ ਥਾਵਾਂ ਤੇ ਚੋਰੀ ਹੋਈ ਹੈ ਜਿਸ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਊਨਟਾਊਨ ਦੀਆਂ ਖਾਣ ਵਾਲੀਆਂ ਜਗ੍ਹਾਵਾਂ ਦੇ ਉੱਪਰ ਰਾਤ ਵੇਲੇ ਚੋਰੀ ਹੋਈ। ਪਹਿਲਾ ਚੋਰੀ ਦਾ ਮਾਮਲਾ ਰਾਤ 9 ਵਜੇ ਦੇ ਕਰੀਬ ਯੋਂਗ ਅਤੇ ਫਰੰਟ ਸਟਰੀਟਸ ਦੇ ਨੇੜਿਓਂ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਵਿਅਕਤੀ ਹੱਥ ਵਿੱਚ ਹਥਿਆਰ ਲੈ ਕੇ ਫਾਸਟ ਫੂਡ ਰੈਸਟੋਰੈਂਟ ਵਿੱਚ ਦਾਖਲ ਹੋਇਆ ਤੇ ਇੱਥੋਂ ਕੈਸ਼ ਲੈ ਕੇ ਫਰਾਰ ਹੋ ਗਿਆ। ਦੂਸਰਾ ਮਾਮਲਾ ਸ਼ਨੀਵਾਰ ਤੜਕੇ 4:30 ਦੇ ਕਰੀਬ ਵਾਪਰਿਆ। ਇਹ ਘਟਨਾ ਕੁਈਨ ਅਤੇ ਵੈਰਵਲੀ ਸਟਰੀਟਸ ਨਾਲ ਜੁੜੀ ਹੋਈ ਦੱਸੀ ਗਈ। ਸਸਪੈਕਟ ਫਾਸਟ ਫੂਡ ਰੈਸਟੋਰੈਂਟ ਵਿੱਚ ਦਾਖਲ ਹੋਇਆ। ਉਸ ਦੇ ਕੋਲ ਹਥਿਆਰ ਸੀ। ਇੱਥੇ ਉਸ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਫਿਰ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਤੀਸਰਾ ਮਾਮਲਾ ਬੁਦਰਸਟ ਅਤੇ ਡੰਡਸ ਸਟਰੀਟਸ ਦੇ ਨੇੜਿਓਂ ਸਾਹਮਣੇ ਆਇਆ। ਪੁਲਿਸ ਦੇ ਦੱਸਣ ਮੁਤਾਬਕ ਸਸਪੈਕਟ ਹਥਿਆਰ ਲੈ ਕੇ ਫਾਸਟ ਫੂਡ ਰੈਸਟੋਰੈਂਟ ਵਿੱਚ ਦਾਖਲ ਹੋਇਆ ਤੇ ਉਸਨੇ ਪੈਸੇ ਦੀ ਮੰਗ ਕੀਤੀ। ਇਸ ਸਸਪੈਕਟ ਵੱਲੋਂ ਗ੍ਰਾਹਕ ਅਤੇ ਕਰਮਚਾਰੀ ਦੋਨਾਂ ਨੂੰ ਹੀ ਧਮਕਾਇਆ ਗਿਆ ਤੇ ਫਿਰ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ। ਚੌਥਾ ਚੋਰੀ ਦਾ ਮਾਮਲਾ ਤੜਕੇ 5:13 ਦੇ ਕਰੀਬ ਡੰਡਾਸ ਸਟਰੀਟ ਵੈਸਟ ਅਤੇ ਮੈਨਿੰਗ ਐਵੀਨਿਊ ਏਰੀਆ ਦੇ ਨੇੜਿਓਂ ਸਾਹਮਣੇ ਆਇਆ। ਇੱਥੇ ਵੀ ਸਸਪੈਕਟ ਹਥਿਆਰ ਨਾਲ ਦਾਖਲ ਹੁੰਦਾ ਹੈ ਤੇ ਉਸ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਫਿਰ ਇੱਥੋਂ ਉਹ ਫਰਾਰ ਹੋ ਗਿਆ।
ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਚਾਰਾਂ ਮਾਮਲਿਆਂ ਨਾਲ ਇੱਕੋ ਹੀ ਸਸਪੈਕਟ ਜੁੜਿਆ ਹੋਇਆ ਹੈ, ਜਿਸ ਵੱਲੋਂ ਚਾਰਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਸਸਪੈਕਟ ਦੀ ਪਹਿਚਾਣ ਤਾਂ ਪੁਲਿਸ ਨੂੰ ਅਜੇ ਤੱਕ ਨਹੀਂ ਪਤਾ ਲੱਗ ਸਕੀ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਸ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ, ਕੱਦ 5 ਫੁੱਟ 6 ਇੰਚ ਤੇ ਵਾਲ ਗੂੜੇ ਰੰਗ ਦੇ ਹਨ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ 911 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਟੋਰਾਂਟੋ ਪੁਲਿਸ ਲਗਾਤਾਰ ਇਸ ਬਾਰੇ ਟਵਿੱਟਰ ਉੱਪਰ ਵੀ ਜਾਣਕਾਰੀ ਸਾਂਝੀ ਕਰ ਰਹੀ ਹੈ। ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇੱਕ ਕੁੱਤੇ ਵੱਲੋਂ 4 ਜਾਣਿਆਂ ਤੇ ਹਮਲਾ ਕੀਤਾ ਗਿਆ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਕੁੱਤੇ ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ 4 ਮਾਮਲਿਆਂ ਨੂੰ ਜਿਹੜਾ ਅੰਜਾਮ ਇਸ ਕੁੱਤੇ ਵੱਲੋਂ ਦਿੱਤਾ ਗਿਆ, ਕਿਉਂਕਿ ਮਾਲਕ ਨੇ ਉਸ ਨੂੰ ਆਰਡਰ ਦਿੱਤਾ ਸੀ ਕਿ ਇਹਨਾਂ ਵਿਅਕਤੀਆਂ ਉੱਪਰ ਹਮਲਾ ਕਰੇ। ਪੁਲਿਸ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਦੇ ਕੁੱਤਿਆਂ ਵੱਲੋਂ 4 ਲੋਕਾਂ ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕੁੱਤੇ ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ ਗਿਆ ਕਿਉਂਕਿ ਉਸਦੇ 100 ਪਾਉਂਡ ਦੇ ਕੁੱਤੇ ਵੱਲੋਂ 4 ਲੋਕਾਂ ਤੇ ਰਾਤ ਸਮੇਂ ਹਮਲਾ ਕੀਤਾ ਗਿਆ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਦੌਰਾਨ ਪੁਲਿਸ ਇੱਕ ਕਾਰ ਜੈਕਿੰਗ ਦੇ ਮਾਮਲੇ ਦੀ ਪੜਤਾਲ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਵੱਲੋਂ ਆਪਣੇ ਕੁੱਤੇ ਨੂੰ ਡਰਾਈਵਰ ਤੇ ਹਮਲਾ ਕਰਨ ਦਾ ਆਰਡਰ ਦਿੱਤਾ ਗਿਆ। ਫਿਰ ਬਾਅਦ ਵਿੱਚ ਇੱਥੋਂ ਸਸਪੈਕਟ ਫਰਾਰ ਹੋ ਗਿਆ। ਜ਼ਖਮੀ ਹਾਲਤ ਦੇ ਵਿੱਚ ਪੀੜਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਪੀੜਤ ਦੀ ਉਮਰ 50 ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਤੋਂ 2 ਘੰਟੇ ਬਾਅਦ ਇੱਕ ਹੋਰ ਰੌਬਰੀ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਅਤੇ ਔਰਤ ਆਪਣੇ ਬਾਈਸਾਈਕਲ ਪਾਰਕ ਵਿੱਚ ਚਲਾ ਰਹੇ ਸਨ। ਜਿਸ ਵੇਲੇ ਉਹ ਫੋਟੋਆਂ ਲੈਣ ਵਾਸਤੇ ਰੁਕੇ ਤਾਂ ਵਿਅਕਤੀ ਵੱਲੋਂ ਉਹਨਾਂ ਨੂੰ ਅਪਰੋਚ ਕੀਤਾ ਗਿਆ। ਇਸ ਦੌਰਾਨ ਸਸਪੈਕਟ ਦਾ ਕੁੱਤਾ ਵੀ ਉਸ ਨਾਲ ਮੌਜੂਦ ਸੀ ਤੇ ਉਸ ਵੱਲੋਂ ਔਰਤ ਤੇ ਹਮਲਾ ਕੀਤਾ ਗਿਆ। ਜ਼ਖਮੀ ਹਾਲਤ ਵਿੱਚ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਇਸੇ ਕੁੱਤੇ ਨੇ ਉਸ ਵਿਅਕਤੀ ਉੱਪਰ ਵੀ ਹਮਲਾ ਕੀਤਾ ਜਿਹੜਾ ਔਰਤ ਦੇ ਨਾਲ ਸੀ। ਇਸ ਤੋਂ ਬਾਅਦ ਹੋਰ ਵੀ ਮਾਮਲੇ ਸਾਹਮਣੇ ਆਏ ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਬਾਰੇ ਟੋਰਾਂਟੋ ਪੁਲਿਸ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। He's attacked by the man and then the man sets a dog to attack him. It's a 100-pound pit bull or mastiff. That's the description we have. His injuries are so serious that he's recovering in hospital from them now. So this man gets away with the car. It's a red import. Now 2 hours later, a couple are riding through a park at Norris Crescent. That's city's west end near Humber Bay Park. They stop to take pictures when they're approached by a man with a dog. The man sets the dog to attack the woman. She is in hospital, recovering from her injuries. He takes her bicycle, sets a dog to attack the man. I don't believe there was an attack there, but there was an attempt. And then further down in the park, another person is attacked by this same dog. It's not over yet. 20 minutes later, a man is woken on his boat by a commotion outside. He goes outside to find somebody stealing the dinghy from his boat. There's a confrontation. Fortunately, no dog attack, but that man has escaped. ਕੈਨੇਡਾ ਦੇ ਇੱਕ ਹਿੱਸੇ ਤੋਂ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਹੈ। ਜਿਸ ਦੀ ਮੌਤ ਹੋਈ ਉਹ ਮੋਟਰਸਾਈਕਲਿਸਟ ਦੱਸਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਇਟੋਬਿਕੋ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਕਾਰਨ ਇੱਕ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਹਾਦਸਾ 10 ਵਜੇ ਦੇ ਕਰੀਬ ਹਾਈਵੇ 27 ਤੇ ਵਾਪਰਿਆ ਹੈ। ਇਸ ਹਾਦਸੇ ਵਿੱਚ ਮੋਟਰਸਾਈਕਲਿਸਟ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮੋਟਰਸਾਈਕਲਿਸਟ ਨੂੰ ਹਾਦਸੇ ਦੌਰਾਨ ਜ਼ਖਮੀ ਪਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸਨੇ ਦਮ ਤੋੜ ਦਿੱਤਾ। ਜਿਸ ਵਾਹਨ ਵੱਲੋਂ ਮੋਟਰਸਾਈਕਲਿਸਟ ਨੂੰ ਟੱਕਰ ਮਾਰੀ ਗਈ ਉਸ ਦਾ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਪੁਲਿਸ ਵੱਲੋਂ ਜਿਸ ਮੋਟਰਸਾਈਕਲਿਸਟ ਦੀ ਮੌਤ ਹੋਈ ਹੈ ਉਸ ਦੀ ਪਹਿਚਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਸ ਦੇ ਬਾਰੇ ਬਹੁਤੀ ਡੀਟੇਲ ਦਿੱਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਸ ਵੇਲੇ ਹਾਦਸੇ ਵਾਲੀ ਥਾਂ ਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਸ ਸਮੇਂ ਉਹਨਾਂ ਨੇ ਰਸਤੇ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ। ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 4168081900 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਮਾਮਲੇ ਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ। ਰਾਤ ਸਮੇਂ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 2 ਦੀ ਜਾਨ ਚਲੀ ਗਈ ਤੇ 3 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੇ 2 ਵਿਅਕਤੀਆਂ ਦੀ ਮੌਤ ਹੋਈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਪੁਲਿਸ ਹੁਣ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਪੀੜਤਾਂ ਦੇ ਨਾਮ ਉਹਨਾਂ ਵੱਲੋਂ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਸਸਪੈਕਟ ਦੀ ਡਿਟੇਲ ਅਜੇ ਤੱਕ ਸਾਂਝੀ ਕੀਤੀ ਗਈ। ਅੰਟੈਰੀਓ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਤ ਸਮੇਂ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 2 ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਹ ਮਾਮਲਾ ਅਸ਼ੋਵਾ ਨਾਲ ਜੁੜਿਆ ਹੋਇਆ ਦੱਸਿਆ ਗਿਆ, ਜਿੱਥੇ ਬਾਰ ਵਿੱਚ ਰਾਤ ਸਮੇਂ ਗੋਲੀਆਂ ਚੱਲੀਆਂ। ਦੋਹਰਮ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਰਾਤ 12:45 ਦੇ ਕਰੀਬ ਵਾਪਰੀ ਹੈ। ਜਦੋਂ ਪੁਲਿਸ ਨੂੰ ਗੋਲੀਆਂ ਚੱਲਣ ਬਾਰੇ ਜਾਣਕਾਰੀ ਮਿਲੀ ਤਾਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ। ਇੱਥੇ ਪਹੁੰਚਣ ਤੇ ਉਹਨਾਂ ਦੇਖਿਆ ਕਿ ਮਾਮਲੇ ਨਾਲ ਜੁੜੇ ਹੋਏ 5 ਪੀੜਤ ਸਨ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਪੁਲਿਸ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੂਸਰੇ ਵਿਅਕਤੀ ਨੂੰ ਟੋਰਾਂਟੋ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ। ਜਿਸ ਵੇਲੇ ਉਸ ਨੂੰ ਇੱਥੇ ਲੈ ਕੇ ਗਏ ਉਸ ਵੇਲੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ, ਪਰ ਬਾਅਦ ਵਿੱਚ ਉਸ ਨੂੰ ਇੱਥੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮਾਮਲੇ ਨਾਲ ਜਿਹੜੇ 3 ਹੋਰ ਪੀੜਤ ਜੁੜੇ ਹੋਏ ਨੇ ਉਹ ਜ਼ਖਮੀ ਦੱਸੇ ਗਏ ਨੇ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਫਿਲਹਾਲ ਉਨ੍ਹਾਂ ਵੱਲੋਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਸਸਪੈਕਟ ਦੇ ਬਾਰੇ ਪੁਲਿਸ ਵੱਲੋਂ ਕੋਈ ਡਿਟੇਲ ਜਨਤਕ ਕੀਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮੇਜਰ ਕ੍ਰਾਈਮ ਹੋਮਿਸਾਈਡ ਯੂਨਿਟ ਨਾਲ 1888579150 ਜਾਂ ਫਿਰ ਦੋਹਰਮ ਕ੍ਰਾਈਮ ਸਟਾਪਰਸ ਨਾਲ 180022284777 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨੋਵਾ ਸਕੋਸ਼ੀਆ ਤੋਂ ਐਨਡੀਪੀ ਲੀਡਰ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਸੂਬੇ ਵੱਲੋਂ ਐਨਡੀਪੀ ਲੀਡਰ ਦੀ ਚੋਣ ਕਰ ਲਈ ਗਈ ਹੈ। ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਉਹ ਸਾਬਕਾ ਜੱਜ ਹਨ, ਜਿਸ ਦੀ ਡਿਟੇਲ ਵੀ ਹੁਣ ਸਾਂਝੀ ਕੀਤੀ ਗਈ ਹੈ। ਨੋਵਾ ਸਕੋਸ਼ੀਆ ਵਿੱਚ ਐਨਡੀਪੀ ਵੱਲੋਂ ਆਪਣੀ ਨਵੀਂ ਲੀਡਰ ਦੀ ਚੋਣ ਕੀਤੀ ਗਈ ਹੈ। ਜੀ ਹਾਂ, ਨੋਵਾ ਸਕੋਸ਼ੀਆ ਐਨਡੀਪੀ ਵੱਲੋਂ ਕਲੌਡੀਆ ਚੈਂਡਰ ਦੀ ਨਵੀਂ ਪਾਰਟੀ ਲੀਡਰ ਦੇ ਤੌਰ ਤੇ ਚੋਣ ਕੀਤੀ ਗਈ ਹੈ। ਨਵੀਂ ਪਾਰਟੀ ਲੀਡਰ ਦੀ ਚੋਣ ਪਾਰਟੀ ਕਨਵੈਨਸ਼ਨ ਦੌਰਾਨ ਕੀਤੀ ਗਈ, ਜੋ ਕਿ ਹੈਲੀਫੈਕਸ ਵਿੱਚ ਹੋਈ। ਦੱਸ ਦਈਏ ਕਿ ਪਿਛਲੇ ਸੋਮਵਾਰ ਨੂੰ ਆਨਲਾਈਨ ਪਾਰਟੀ ਵੋਟ ਦੀ ਸ਼ੁਰੂਆਤ ਹੋਈ ਸੀ, ਜਿਸ ਤੋਂ ਬਾਅਦ ਕਲੌਡੀਆ ਚੈਂਡਰ ਨੂੰ ਪਾਰਟੀ ਲੀਡਰ ਦੇ ਤੌਰ ਤੇ ਚੁਣਿਆ ਗਿਆ। ਚੈਂਡਰ ਇੱਕ ਸਾਬਕਾ ਲਾਇਰ ਹੈ ਤੇ ਉਹਨਾਂ ਦੀ ਉਮਰ 45 ਸਾਲ ਦੇ ਕਰੀਬ ਹੈ। ਉਹਨਾਂ ਵੱਲੋਂ ਗੈਰੀ ਬੁਰਲ ਨੂੰ ਰਿਪਲੇਸ ਕੀਤਾ ਗਿਆ ਹੈ, ਕਿਉਂਕਿ ਉਹਨਾਂ ਵੱਲੋਂ ਪਿਛਲੇ ਨਵੰਬਰ ਹੀ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਸੀ। ਉਹ ਆਪਣੇ ਅਹੁਦੇ ਤੇ ਫਰਵਰੀ 2016 ਤੋਂ ਸਨ। ਇਸ ਸਭ ਤੋਂ ਬਾਅਦ ਹੁਣ ਨੋਵਾ ਸਕੋਸ਼ੀਆ ਐਨਡੀਪੀ ਵੱਲੋਂ ਆਪਣੀ ਨਵੀਂ ਲੀਡਰ ਦੀ ਚੋਣ ਕਰ ਲਈ ਗਈ ਹੈ, ਜੋ ਕਿ ਉਹਨਾਂ ਵੱਲੋਂ ਹੈਲੀਫੈਕਸ ਵਿੱਚ ਕੀਤੀ ਗਈ। ਹੁਣ ਇਸ ਬਾਰੇ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਹੁਣ ਕਲੌਡੀਆ ਵੱਲੋਂ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਣਗੀਆਂ, ਜਿਸ ਵਾਸਤੇ ਉਹਨਾਂ ਨੂੰ ਕਈ ਲੀਡਰਸ ਮੁਬਾਰਕਬਾਦ ਆਖਦੇ ਦਿਖਾਈ ਦਿੱਤੇ ਨੇ। ਨਾਜ਼ੀ ਸਿੰਬਲ ਦੇ ਉੱਪਰ ਰੋਕ ਲਗਾਈ ਗਈ ਹੈ। ਜੇਕਰ ਕੁਝ ਅਜਿਹਾ ਕੋਈ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ $20,000 ਦਾ ਜੁਰਮਾਨਾ ਲਗਾਇਆ ਜਾਏਗਾ। ਇਹ ਕਦਮ ਆਸਟ੍ਰੇਲੀਆ ਦੇ ਇੱਕ ਸੂਬੇ ਵੱਲੋਂ ਚੁੱਕਿਆ ਗਿਆ ਤੇ ਉਹ ਆਸਟ੍ਰੇਲੀਆ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਨ੍ਹਾਂ ਵੱਲੋਂ ਨਾਜ਼ੀ ਸਿੰਬਲ ਬੈਨ ਕਰ ਦਿੱਤਾ ਗਿਆ ਹੈ। ਜੇਕਰ ਕੋਈ ਇਸ ਦਾ ਉਲੰਘਣ ਕਰੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਆਸਟ੍ਰੇਲੀਆ ਦੇ ਇੱਕ ਸੂਬੇ ਵੱਲੋਂ ਹੇਟ ਸਿੰਬਲ ਖਿਲਾਫ ਵੱਡਾ ਐਲਾਨ ਕੀਤਾ ਗਿਆ। ਆਸਟ੍ਰੇਲੀਆ ਦਾ ਇਹ ਸੂਬਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਨ੍ਹਾਂ ਵੱਲੋਂ ਸਵਾਸਤਿਕ ਦੇ ਚਿੰਨ੍ਹ ਉੱਪਰ ਰੋਕ ਲਗਾ ਦਿੱਤੀ ਗਈ ਹੈ। ਦਰਅਸਲ ਕੁਝ ਲੋਕ ਇਸ ਤਰ੍ਹਾਂ ਦੇ ਸਿੰਬਲ ਜਾਣਬੁੱਝ ਕੇ ਬਣਾਉਂਦੇ ਸਨ, ਪਰ ਹੁਣ ਅਜਿਹਾ ਉਹ ਨਹੀਂ ਕਰ ਸਕਣਗੇ, ਕਿਉਂਕਿ ਆਸਟ੍ਰੇਲੀਆ ਦੇ ਇੱਕ ਸੂਬੇ ਵੱਲੋਂ ਹੁਣ ਸਖਤੀ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਆਸਟ੍ਰੇਲੀਆ ਵਿੱਚ ਵਿਕਟੋਰੀਆ ਸਟੇਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹਨਾਂ ਵੱਲੋਂ ਨਾਜ਼ੀ ਸਿੰਬਲ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਬਾਰੇ ਵਿਕਟੋਰੀਆ ਦੀ ਅਟਾਰਨੀ ਜਨਰਲ ਤੇ ਮਿਨਿਸਟਰ ਫਾਰ ਐਮਰਜੈਂਸੀ ਸਰਵਿਸਿਜ਼ ਵੱਲੋਂ ਟਵੀਟ ਕਰਦਿਆਂ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇਸ ਬਾਰੇ ਸਾਰੀ ਡਿਟੇਲ ਸਾਂਝੀ ਕਰਦਿਆਂ ਦੱਸਿਆ ਕਿ ਨਾਜ਼ੀ ਸਿੰਬਲ ਉੱਪਰ ਰੋਕ ਲਗਾਈ ਜਾ ਰਹੀ ਹੈ। ਇਹ ਕਦਮ ਕਿਉਂ ਚੁੱਕਿਆ ਗਿਆ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਨਾਲ ਹੀ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜੈਕਲਿਨ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸਟੇਟ ਵਿੱਚ ਨਫ਼ਰਤ ਅਤੇ ਰੇਸਿਜ਼ਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਨ ਹੀ ਉਹਨਾਂ ਵੱਲੋਂ ਨਾਜ਼ੀ ਸਿੰਬਲ ਤੇ ਰੋਕ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰੀਮੀਅਰ ਡੈਨ ਵੱਲੋਂ ਵੀ ਇਸ ਬਾਰੇ ਟਵਿੱਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਟਵੀਟ ਕੀਤਾ ਗਿਆ। ਦੱਸ ਦਈਏ ਕਿ ਜੇਕਰ ਕੋਈ ਨਾਜ਼ੀ ਸਿੰਬਲ ਦੀ ਵਰਤੋਂ ਕਰੇਗਾ ਤਾਂ ਫਿਰ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ। ਅਜਿਹਾ ਕਰਨ ਵਾਲੇ ਨੂੰ $22,000 ਜੁਰਮਾਨਾ ਦੇਣਾ ਪਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਇੱਥੇ ਸਟੇਟ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਹੈ, ਜਿਸ ਵਿੱਚ ਨਾਜ਼ੀ ਸਿੰਬਲ ਤੇ ਰੋਕ ਲਗਾ ਦਿੱਤੀ ਗਈ ਹੈ। ਫਾਈਜ਼ਰ ਵੱਲੋਂ ਆਪਣੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਟੀਕਾ
ਨਵੇਂ ਵੇਰੀਐਂਟ ਜਾਣੀ ਕਿ ਓਮਿਕਰੌਨ ਵੇਰੀਐਂਟ ਦੇ ਖਿਲਾਫ ਅਸਰਦਾਰ ਹੈ। ਉਹਨਾਂ ਵੱਲੋਂ ਆਪਣੇ ਬੂਸਟਰ ਡੋਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਾਈਜ਼ਰ ਵੱਲੋਂ ਆਪਣੇ ਟੀਕੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਫਾਈਜ਼ਰ ਦਾ ਦਾਅਵਾ ਹੈ ਕਿ ਓਮਿਕਰੌਨ ਵੇਰੀਐਂਟ ਦੇ ਉੱਪਰ ਉਹਨਾਂ ਦਾ ਵੈਕਸੀਨ ਅਸਰਦਾਰ ਹੈ। ਜੀ ਹਾਂ, ਆਪਣੇ ਅਪਡੇਟਡ ਕੋਵਿਡ-19 ਸ਼ਾਟ ਦੇ ਬਾਰੇ ਫਾਈਜ਼ਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਦੱਸਿਆ ਗਿਆ ਕਿ ਓਮਿਕਰੌਨ ਵੇਰੀਐਂਟ ਦੇ ਉੱਪਰ ਉਹਨਾਂ ਦਾ ਅਪਡੇਟਡ ਸ਼ਾਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਵੇਰੀਐਂਟ ਦੇ ਖਿਲਾਫ ਉਹਨਾਂ ਦਾ ਟੀਕਾ ਕੰਮ ਕਰਦਾ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਇਸ ਵੈਕਸੀਨ ਦੀ ਵਰਤੋਂ ਅਮਰੀਕਾ ਵਿੱਚ ਕੀਤੀ ਜਾ ਰਹੀ ਹੈ, ਜਿੱਥੇ ਕਰੋਨਾ ਵਾਇਰਸ ਦੇ ਖਿਲਾਫ ਕਾਫੀ ਜ਼ਿਆਦਾ ਪ੍ਰੋਟੈਕਸ਼ਨ ਮਿਲਦੀ ਦਿਖਾਈ ਦੇ ਰਹੀ ਹੈ, ਖਾਸ ਕਰ ਉਹਨਾਂ ਨੂੰ ਜਿਨ੍ਹਾਂ ਵੱਲੋਂ ਇਸ ਦਾ ਬੂਸਟਰ ਸ਼ਾਟ ਵੀ ਹਾਸਲ ਕੀਤਾ ਗਿਆ ਹੈ। ਦੱਸ ਦਈਏ ਕਿ ਓਮਿਕਰੌਨ ਵੇਰੀਐਂਟ ਕਾਫੀ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ, ਜਿਸ ਕਾਰਨ ਕਈ ਦੇਸ਼ਾਂ ਵਿੱਚ ਇੱਕਦਮ ਕਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧੇ। ਇਸ ਦੌਰਾਨ ਫਾਈਜ਼ਰ ਅਤੇ ਉਹਨਾਂ ਦੇ ਪਾਰਟਨਰ ਬਾਇਓਟੈਕ ਵੱਲੋਂ ਟ੍ਰਾਇਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਜਿਹੜੀ ਸਟੱਡੀ ਕਰਵਾਈ ਗਈ ਉਸ ਵਿੱਚ 1200 ਦੇ ਕਰੀਬ ਮਿਡਲ ਏਜਡ ਅਤੇ ਵੱਡੀ ਉਮਰ ਦੇ ਅਡਲਟਸ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ ਤੇ ਉਹਨਾਂ ਦੇਖਿਆ ਕਿ ਇਹ ਵੈਕਸੀਨ ਓਮਿਕਰੌਨ ਵੇਰੀਐਂਟ ਦੇ ਖਿਲਾਫ ਕਾਫੀ ਹੱਦ ਤੱਕ ਅਸਰਦਾਰ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲੇ ਕਾਫੀ ਜ਼ਿਆਦਾ ਵਧੇ ਸਨ। ਇਸ ਪਿੱਛੇ ਓਮਿਕਰੌਨ ਵੇਰੀਐਂਟ ਨੂੰ ਵੱਡਾ ਕਾਰਨ ਦੱਸਿਆ ਗਿਆ, ਕਿਉਂਕਿ ਕਰੋਨਾ ਦਾ ਇਹ ਵੇਰੀਐਂਟ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਸ ਤੋਂ ਹੁਣ ਕਈ ਵੱਡੇ ਲੀਡਰ ਵੀ ਖੁਸ਼ ਨਹੀਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤੇ ਕਈ ਥਾਵਾਂ ਦੇ ਉੱਪਰ ਇਸ ਖਿਲਾਫ ਪ੍ਰਦਰਸ਼ਨ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਤੇ ਕਈ ਸੂਬਿਆਂ ਵੱਲੋਂ ਵੀ ਇਸ ਬਾਰੇ ਆਪਣੇ ਤੌਰ ਤੇ ਫੈਸਲੇ ਲਏ ਜਾ ਰਹੇ ਨੇ। ਰਾਸ਼ਟਰਪਤੀ ਜੋ ਬਾਈਡਨ ਦਾ ਇਸ ਬਾਰੇ ਕੀ ਬਿਆਨ ਸਾਹਮਣੇ ਆਇਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ, ਇਸ ਬਾਰੇ ਰਾਸ਼ਟਰਪਤੀ ਜੋ ਬਾਈਡਨ ਦਾ ਵੱਡਾ ਬਿਆਨ ਸਾਹਮਣੇ ਆਇਆ। ਬਾਈਡਨ ਵੱਲੋਂ ਇਸ ਫੈਸਲੇ ਨੂੰ ਗਲਤ ਦੱਸਿਆ ਗਿਆ ਹੈ। ਜੀ ਹਾਂ, ਸੁਪਰੀਮ ਕੋਰਟ ਵੱਲੋਂ ਰॉ ਵਰਸਸ ਵੇਡ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਤੇ ਇਸ ਫੈਸਲੇ ਨੂੰ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਗਲਤ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੀ ਇਸ ਬਾਰੇ ਆਪਣਾ ਬਿਆਨ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ। ਹੁਣ ਯੂਐਸ ਸੁਪਰੀਮ ਕੋਰਟ ਵੱਲੋਂ ਅਮਰੀਕਾ ਵਿੱਚ ਅਬੋਰਸ਼ਨ ਸੰਬੰਧੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਕਾਰਨ ਅਮਰੀਕਾ ਦੇ ਕਈ ਪ੍ਰੋਵਿੰਸਸ ਵਿੱਚ ਅਬੋਰਸ਼ਨ ਤੇ ਪਾਬੰਦੀ ਲਗਾਏ ਜਾਣ ਬਾਰੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ। ਇਸ ਸਭ ਤੋਂ ਬਾਅਦ ਹੁਣ ਕਈ ਲੋਕਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਯੂਐਸ ਸੁਪਰੀਮ ਕੋਰਟ ਵੱਲੋਂ ਰॉ ਵਰਸਸ ਵੇਡ ਨੂੰ ਹਟਾਉਣ ਦੇ ਪੱਖ ਵਿੱਚ 6-3 ਨਾਲ ਆਪਣਾ ਫੈਸਲਾ ਸੁਣਾਇਆ, ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਇਹ ਫੈਸਲਾ ਗਲਤ ਹੈ। ਬਾਈਡਨ ਵੱਲੋਂ ਵਾਈਟ ਹਾਊਸ ਤੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਕੋਰਟ ਨੇ ਅਜਿਹਾ ਕੰਮ ਕੀਤਾ ਹੈ ਜੋ ਕੋਰਟ ਨੇ ਪਹਿਲਾਂ ਕਦੇ ਨਹੀਂ ਕੀਤਾ। ਬਾਈਡਨ ਨੇ ਕਿਹਾ ਕਿ ਕੋਰਟ ਦੇ ਇਸ ਫੈਸਲੇ ਨੇ ਲੋਕਾਂ ਦਾ ਅਜਿਹਾ ਹੱਕ ਖੋਲ੍ਹਿਆ ਹੈ ਜੋ ਕਿ ਬਹੁਤ ਸਾਰੇ ਅਮਰੀਕੀ ਲੋਕਾਂ ਲਈ ਉਹਨਾਂ ਦੇ ਬੁਨਿਆਦੀ ਹੱਕਾਂ ਜਿਹਾ ਸੀ। ਰਾਸ਼ਟਰਪਤੀ ਵੱਲੋਂ ਕਿਹਾ ਗਿਆ ਕਿ ਇਹ ਫੈਸਲਾ ਔਰਤਾਂ ਦੇ ਜੀਵਨ ਵਿੱਚ ਸਿਹਤ ਲਈ ਖਤਰਾ ਖੜਾ ਕਰਨ ਵਾਲਾ ਹੈ। ਇਹ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਨੇ। ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ ਸੀ, ਜਿਨ੍ਹਾਂ ਵੱਲੋਂ ਇਸ ਫੈਸਲੇ ਨੂੰ ਗਲਤ ਦੱਸਿਆ ਗਿਆ। ਇਸ ਤੋਂ ਇਲਾਵਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਾਂ ਇਸ ਫੈਸਲੇ ਨੂੰ ਭਿਆਨਕ ਦੱਸਿਆ ਗਿਆ। ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਕਿ ਕਿਸੇ ਔਰਤ ਨੂੰ ਵੀ ਆਪਣਾ ਗਰਭ ਰੱਖਣ ਦੇ ਵਾਸਤੇ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਜਿਸ ਮੌਕੇ ਉਹਨਾਂ ਆਪਣੇ ਵਿਚਾਰ ਸਾਂਝੇ ਕੀਤੇ, ਉਸ ਦੌਰਾਨ ਉਹਨਾਂ ਨਾਲ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਫ੍ਰੀਲੈਂਡ ਵੀ ਮੌਜੂਦ ਸਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੀ ਖੁਸ਼ ਨਹੀਂ। ਉਹਨਾਂ ਵੱਲੋਂ ਇਸ ਨੂੰ ਹੈਲਥ ਕ੍ਰਾਈਸਿਸ ਦੱਸਿਆ ਗਿਆ ਹੈ। ਇਸ ਬਾਰੇ ਸੋਸ਼ਲ ਮੀਡੀਆ ਉੱਪਰ ਕਮਲਾ ਹੈਰਿਸ ਵੱਲੋਂ ਇੱਕ ਵੀਡੀਓ ਜਾਰੀ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਗਿਆ, ਇਸ ਬਾਰੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਇਸ ਬਾਰੇ ਪੋਸਟ ਸਾਂਝੀ ਕੀਤੀ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਹੈਲਥ ਕੇਅਰ ਕ੍ਰਾਈਸਿਸ ਹਨ। ਇਸ ਮੁੱਦੇ ਦੇ ਬਾਰੇ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। For nearly 50 years, we have talked about what Roe v. Wade protects. Today, as of right now, as of this minute, we can only talk about what Roe v. Wade protected.
past tense. This is a healthcare crisis. Because understand, millions of women in America will go to bed tonight without access to the health care and reproductive care that they had this morning, without access to the same health care or reproductive health care that their mothers and grandmothers had for 50 years. This is the first time in the history of our nation that a constitutional right has been taken from the people of America. ਹਾਇਓ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੋਰਟਰੂਮ ਵਿੱਚ ਇੱਕ ਪਿਤਾ ਵੱਲੋਂ ਸਸਪੈਕਟ ਤੇ ਹਮਲਾ ਕੀਤਾ ਗਿਆ। ਜਿਸ ਸਸਪੈਕਟ ਦੇ ਉੱਪਰ ਹਮਲਾ ਕੀਤਾ ਗਿਆ ਉਸ ਉੱਪਰ ਦੋਸ਼ ਹੈ ਕਿ ਉਸਨੇ ਉਸਦੀ ਪ੍ਰੇਮਿਕਾ ਅਤੇ ਬੇਟੇ ਦਾ ਕਤਲ ਕੀਤਾ। ਕੋਰਟਰੂਮ ਵਿੱਚ ਇੱਕ ਪਿਤਾ ਵੱਲੋਂ ਸਸਪੈਕਟ ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਸ ਸਸਪੈਕਟ ਵੱਲੋਂ ਪਿਤਾ ਦੇ ਬੱਚੇ ਨੂੰ ਮਾਰਿਆ ਗਿਆ ਸੀ। ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਹ ਸਭ ਕੁਝ ਵੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਇੱਕ ਸਸਪੈਕਟ ਜਿਸ ਵੱਲੋਂ ਵਿਅਕਤੀ ਦੀ ਪ੍ਰੇਮਿਕਾ ਅਤੇ ਉਸਦੇ 3 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਗਿਆ, ਉਸ ਉੱਪਰ ਇਸ ਪਿਤਾ ਵੱਲੋਂ ਕੋਰਟਰੂਮ ਵਿੱਚ ਹਮਲਾ ਕੀਤਾ ਗਿਆ। ਇਹ ਮਾਮਲਾ ਹਾਇਓ ਨਾਲ ਸੰਬੰਧਿਤ ਦੱਸਿਆ ਗਿਆ ਹੈ। ਹੈਮਿਲਟਨ ਕਾਉਂਟੀ ਸ਼ੈਰਿਫ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਇਸ ਦੌਰਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਿਤਾ ਵੱਲੋਂ ਸਸਪੈਕਟ ਉੱਪਰ ਹਮਲਾ ਕੀਤਾ ਗਿਆ। ਵੀਡੀਓ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਿਤਾ ਉੱਠਦਾ ਹੈ ਤੇ ਉਸ ਵੱਲੋਂ ਸਸਪੈਕਟ ਜਿਸ ਦਾ ਨਾਮ ਬ੍ਰਾਊਨ ਹੈ ਉਸ ਉੱਪਰ ਹਮਲਾ ਕੀਤਾ ਗਿਆ। ਇਹ ਹਮਲਾ ਉਸ ਦੇ ਸਿਰ ਦੇ ਉੱਪਰ ਕੀਤਾ ਜਾਂਦਾ ਹੈ। ਬਾਅਦ ਵਿੱਚ ਕੋਰਟਰੂਮ ਦੇ ਵਿੱਚ ਇਹਨਾਂ ਦੋਹਾਂ ਨੂੰ ਛੁਡਾ ਲਿਆ ਗਿਆ ਤੇ ਪੁਲਿਸ ਵੱਲੋਂ ਇਸ ਸਭ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਬ੍ਰਾਊਨ ਵੱਲੋਂ ਨਾਇਲੋ ਅਤੇ ਉਸ ਦੀ ਮਾਂ ਦੀ ਮੌਤ ਦੇ ਸੰਬੰਧ ਵਿੱਚ ਚਾਰਜਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਹ ਘਟਨਾ ਦਸੰਬਰ 2020 ਨਾਲ ਜੁੜੀ ਹੋਈ ਹੈ ਜਿਸ ਦੀ ਕੋਰਟਰੂਮ ਵਿੱਚ ਪੇਸ਼ੀ ਹੋ ਰਹੀ ਸੀ। ਇਸ ਸਸਪੈਕਟ ਉੱਪਰ ਜਿਸ ਬੱਚੇ ਦੇ ਕਤਲ ਦਾ ਦੋਸ਼ ਹੈ ਉਸ ਦੀ ਅਜੇ ਤੱਕ ਬੋਡੀ ਰਿਕਵਰ ਨਹੀਂ ਹੋ ਸਕੀ, ਪਰ ਪੁਲਿਸ ਨੂੰ ਉਸ ਬੱਚੇ ਦਾ ਖੂਨ ਕੰਬਲ ਤੇ ਲੱਗਾ ਹੋਇਆ ਮਿਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਦੌਰਾਨ ਹੁਣ ਬ੍ਰਾਊਨ ਦਾ ਟ੍ਰਾਇਲ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਐਲਾਨ, ਹੁਣ ਪਹਿਲਾਂ ਵਾਂਗ ਹੋਵੇਗਾ ਇਮੀਗ੍ਰੇਸ਼ਨ ਦਾ ਪੱਧਰ। ਪਾਸਪੋਰਟ ਵਿੱਚ ਹੋ ਰਹੀ ਦੇਰੀ ਦਾ ਨਿਕਲਿਆ ਹੱਲ, ਪ੍ਰਧਾਨ ਮੰਤਰੀ ਨੇ ਵੀ ਕੀਤਾ ਐਲਾਨ। ਬੀਚ ਦੇ ਪਾਣੀ ਵਿੱਚ ਬੈਕਟੀਰੀਆ ਦਾ ਖਤਰਾ, ਵੈਨਕੂਵਰ ਦੇ 4 ਬੀਚ ਕੀਤੇ ਗਏ ਬੰਦ। 4 ਖਾਣ ਵਾਲੀਆਂ ਥਾਵਾਂ ਦੀ ਚੋਰੀ, ਪੁਲਿਸ ਕਰ ਰਹੀ ਹੈ ਜਾਂਚ। ਕੁੱਤੇ ਵੱਲੋਂ 4 ਤੇ ਹਮਲਾ, ਪੁਲਿਸ ਵੱਲੋਂ ਮਾਲਿਕ ਕਾਬੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।